ਸਫਲ ਉਹੀ ਹੁੰਦੇ ਹਨ ਜੋ ਕੁਝ ਕਰਨਾ ਜਾਣਦੇ ਹਨ, ਜਿੱਤਦੇ ਉਹੀ ਹਨ ਜੋ ਹਾਰਨਾ ਜਾਣਦੇ ਹਨ। ਐਵੇਂ ਗੱਲਾਂ ਨਾਲ ਕੁਝ ਮਹਿਲ ਨਹੀਂ ਉਸਾਰੇ ਜਾਂਦੇ, ਸਮਾਂ ਵੀ ਉਹਨਾਂ ਦਾ ਗੁਲਾਮ ਹੋ ਜਾਂਦਾ ਹੈ ਜੋ ਕੁਝ ਕਰਨਾ ਜਾਣਦੇ ਹਨ। ਡੀਡੀ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਇੱਕ ਮੁਲਾਕਾਤ, ਤੇ ਅੱਜ ਦੀ ਮੁਲਾਕਾਤ ਇਸ ਲਈ ਖਾਸ ਹੈ ਕਿਉਂਕਿ ਅੱਜ ਦੀ ਮੁਲਾਕਾਤ ਸੇਧ ਦੇਵੇਗੀ ਸਾਡੀ ਨੌਜਵਾਨ ਪੀੜ੍ਹੀ ਨੂੰ ਕਿ ਉਹ ਕਿੱਦਾਂ ਦੇ ਕਿੱਤੇ ਚੁਣੇ ਅਤੇ ਉਹਨਾਂ ਵਿੱਚ ਕਾਮਯਾਬੀ ਹਾਸਲ ਕਰੇ। ਇਸ ਚਰਚਾ ਲਈ ਅਸੀਂ ਸਟੂਡੀਓ ਵਿੱਚ ਸੱਦਾ ਦਿੱਤਾ ਹੈ ਡਾਕਟਰ ਸੰਜੀਵ ਨਵਲ ਜੀ ਨੂੰ। ਸਰ, ਤੁਹਾਡਾ ਸਟੂਡੀਓ 'ਚ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ। ਜੇ ਮੈਂ ਸਰ ਦੀ ਗੱਲ ਕਰਾਂ ਤਾਂ ਸਰ ਬਤੌਰ ਡੀਨ ਸਟੂਡੈਂਟ ਅਫੇਅਰ DAV ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ 'ਚ ਸੇਵਾ ਨਿਭਾ ਰਹੇ ਹਨ ਅਤੇ ਨਾਲ ਹੀ ਨਾਲ ਸਰ ਬਤੌਰ ਹੈੱਡ ਆਫ ਡਿਪਾਰਟਮੈਂਟ ਸਿਵਲ ਇੰਜੀਨੀਅਰਿੰਗ DAV ਕਾਲਜ ਜਲੰਧਰ 'ਚ ਕੰਮ ਕਰ ਰਹੇ ਨੇ। ਸਰ ਮੈਂਬਰ ਵੀ ਹਨ ਸਿਟੀ ਸਮਾਰਟ ਪ੍ਰੋਜੈਕਟ ਕਮੇਟੀ ਮੈਂਬਰ ਵੀ ਹਨ। ਸਰ ਨਾਲ ਚਰਚਾ ਸ਼ੁਰੂ ਕਰਦੇ ਹਾਂ। ਸਰ, ਇੱਕ ਡਾਕਟਰ ਸੰਜੀਵ ਨਵਲ ਬਣਨ ਦੇ ਲਈ ਤੁਹਾਨੂੰ ਕਿੰਨੀ ਕੁ ਮਿਹਨਤ ਜਾਂ ਕਿੰਨੀ ਕੁ ਸਟਰਗਲ ਕਰਨੀ ਪਈ ਜੋ ਅੱਜ ਤੁਸੀਂ ਇੰਨੇ ਵੈਲ ਰਿਨਾਊਂਡ ਇੰਸਟੀਟਿਊਟ ਵਿੱਚ ਹੈੱਡ ਆਫ ਡਿਪਾਰਟਮੈਂਟ ਹੋ? ਥੋੜ੍ਹਾ ਜਿਹਾ ਸਾਡੇ ਨੌਜਵਾਨ ਪੀੜ੍ਹੀ ਨੂੰ ਇਹਦੇ ਬਾਰੇ ਦੱਸੋ। ਅਨੁਪ੍ਰੀਤ ਜੀ, ਮੈਨੂੰ ਬਿਲਕੁਲ ਵੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਉਹ ਮਿਹਨਤ ਮੁਸ਼ੱਕਤ ਨਹੀਂ ਲੱਗਦੀ ਜਦੋਂ ਮੈਂ ਇਹ ਕਹਿਣਾ ਕਿ ਅੱਜ ਮੈਂ PhD ਹਾਂ ਔਰ ਇੱਥੇ ਕਾਰਜਰਤ ਹਾਂ। ਉਹਦਾ ਕਾਰਨ ਇਹ ਹੈ ਕਿ ਮੇਰੇ ਪਿਤਾ ਜੀ ਲੈਕਚਰਰ ਸਨ ਇੰਗਲਿਸ਼ ਦੇ ਔਰ ਮੇਰੇ ਮਾਤਾ ਜੀ ਹਿੰਦੀ ਦੇ ਟੀਚਰ ਸਨ ਔਰ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਕਿ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਡਿਸਟ੍ਰਿਕਟ ਅੰਮ੍ਰਿਤਸਰ ਉਸ ਵੇਲੇ ਹੁੰਦਾ ਸੀ ਔਰ ਅੱਜ ਦੀ ਤਰੀਕ ਦੇ ਵਿੱਚ ਡਿਸਟ੍ਰਿਕਟ ਤਰਨਤਾਰਨ ਹੈ। ਮੈਂ ਉਹਦੇ ਪ੍ਰੋਡਕਟ ਹਾਂ ਔਰ ਮੁੱਢਲੀ ਸਿੱਖਿਆ ਮੇਰੀ ਸ਼ਹੀਦ ਭਗਤ ਸਿੰਘ ਸਕੂਲ ਪੱਟੀ ਦੇ ਵਿੱਚੋਂ ਹੋਈ ਔਰ ਉਸ ਵੇਲੇ ਦੇ ਜਿਹੜੇ ਹਾਲਾਤ ਸਨ ਪੱਟੀ ਦੇ ਜਾਂ ਬੜਾ ਪਿਛੜਿਆ ਇਲਾਕਾ ਉਦੋਂ ਵੀ ਸੀ, ਅੱਜ ਵੀ ਹੈ, ਲੇਕਿਨ ਪੜ੍ਹਾਈ ਦਾ ਮਿਆਰ ਉਹਨਾਂ ਦਿਨਾਂ ਦੇ ਵਿੱਚ ਵੀ ਔਰ ਜਿਹੜੇ ਸੰਸਕਾਰ ਸਾਨੂੰ ਦਿੱਤੇ ਜਾਂਦੇ ਸਨ ਉਹਨਾਂ ਦਿਨਾਂ ਦੇ ਵਿੱਚ ਉਹ ਰਿਸਪੌਂਸਿਬਲ ਨੇ। ਮੇਰੇ ਪਿਤਾ ਜੀ ਮੇਰੇ ਗੁਰੂ ਵੀ ਨੇ ਜਿਨ੍ਹਾਂ ਨੇ ਪੂਰਾ ਧਿਆਨ ਰੱਖਿਆ ਕਿ ਬਚਪਨ ਦੇ ਵਿੱਚ ਬੱਚੇ ਨੂੰ ਕਿਸ ਤਰ੍ਹਾਂ ਪੜ੍ਹਾਇਆ ਜਾਣਾ ਚਾਹੀਦਾ ਤਾਂ ਕਿ ਆਉਣ ਵਾਲਾ ਜਿਹੜਾ ਯੁੱਗ ਹੈ ਇਸ ਬੱਚੇ ਨੂੰ ਯਾਦ ਰੱਖੇ ਵੀ ਇਸ ਤਰ੍ਹਾਂ ਦੀ ਮੁੱਢਲੀ ਸਿੱਖਿਆ ਦੇ ਕੇ ਤਿਆਰੀ ਕੀਤੀ ਕਿਸੇ ਵੀ ਤਰ੍ਹਾਂ ਦੀ ਅੱਗੇ ਔਕੜਾਂ ਆਉਣ ਜਾਂ ਹਾਇਰ ਐਜੂਕੇਸ਼ਨ ਵਾਸਤੇ ਬੱਚਾ ਮੇਰਾ ਜਾਵੇ ਔਰ ਉਹ ਬਹੁਤ ਅੱਛਾ ਸਕਸੈਸਫੁਲ ਹੋਵੇ। ਸੋ ਇਹਦਾ ਸਾਰਾ ਕ੍ਰੈਡਿਟ ਮੈਂ ਤਾਂ ਕਹਿਣਾ ਮੇਰੇ ਸਕੂਲ ਨੂੰ ਔਰ ਮੇਰੇ ਪਿਤਾ ਜੀ ਨੂੰ। ਮਾਂ ਤਾਂ ਹਮੇਸ਼ਾ ਮਮਤਾ ਦੀ ਮੂਰਤ ਹੁੰਦੀ ਹੈ, ਉਹਨਾਂ ਨੇ ਘਰ ਸੰਭਾਲਣਾ ਹੁੰਦਾ। ਸੋ ਮੇਰੇ ਗੁਰੂਜਨ ਜਿਹੜੇ ਉਸ ਵੇਲੇ ਸੀਗੇ ਔਰ ਮੇਰੇ ਪੇਰੈਂਟਸ ਨੇ ਉਹਨਾਂ ਨੂੰ ਜਾਣਦਾ ਸੀ। ਸਰ, ਤੁਸੀਂ ਤਾਂ ਬਾਈ ਗੋਡ ਲੱਕੀ ਰਹੇ ਹੋ ਇਸ ਮਾਮਲੇ 'ਚ ਕਿ ਤੁਹਾਨੂੰ ਪੇਰੈਂਟਸ ਬਹੁਤ ਐਜੂਕੇਟਿਡ ਮਿਲੇ, ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਦੋਨੋਂ ਗਵਰਨਮੈਂਟ ਲੈਕਚਰਾਰ ਸੀਗੇ। ਪਰ ਅੱਜ ਕੱਲ੍ਹ ਦਾ ਜਿਹੜਾ ਕ੍ਰਾਈਟੀਰੀਆ ਹੈ, ਜਿਹੜੇ ਅੱਜ ਕੱਲ੍ਹ ਦੇ ਪੇਰੈਂਟਸ ਹੈ, ਕਈ ਐਜੂਕੇਟਿਡ ਨਹੀਂ ਹੈ। 10th ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੀਆਂ ਸਟਰੀਮਸ ਹੈ, ਮੈਡੀਕਲ, ਨਾਨ ਮੈਡੀਕਲ, ਆਰਟਸ, ਕਮਰਸ। ਤਾਂ ਕਿੱਦਾਂ ਇੱਕ ਪੇਰੈਂਟਸ ਤੇ ਸਟੂਡੈਂਟਸ ਜਿਹੜੇ ਬੱਚੇ ਆ ਉਹ ਰਲ ਕੇ ਡਿਸੀਜ਼ਨ ਲੈਣ ਕਿ ਹਾਊ ਟੂ ਚੂਜ਼ ਅ ਡਿਸਿਪਲਿਨ ਫॉर ਫਰਦਰ ਉਹਨਾਂ ਦੀ ਸਕਸੈਸ ਲਈ? ਥੋੜ੍ਹਾ ਜਿਹਾ ਸਾਡੇ ਬੱਚਿਆਂ ਨੂੰ ਇਹਦੇ ਬਾਰੇ ਦੱਸੋ। ਜੀ ਅਨੁਪ੍ਰੀਤ ਜੀ, ਬੱਚੇ ਦੇ ਭਵਿੱਖ ਦਾ ਜਿਹੜਾ ਚੁਣਾਵ ਹੈ ਇਹ ਕੇਵਲ ਬੱਚਾ ਨਹੀਂ ਕਰ ਸਕਦਾ, ਇਹ ਇੱਕ ਟੀਮ ਐਫਰਟ ਹੈ ਜਿਹਦੇ ਵਿੱਚ ਟੀਚਰ ਵੀ ਨੇ, ਉਹ ਬੱਚਾ ਖੁਦ ਵੀ ਹੈ, ਉਹਦਾ ਇੱਕ ਅੰਗ ਹੈ ਔਰ ਉਹਦੇ ਪੇਰੈਂਟਸ ਵੀ ਨੇ ਔਰ ਪੀਰ ਪ੍ਰੈਸ਼ਰ ਵੀ ਹੁੰਦਾ ਕਿ ਯਾਰ ਬਾਸ਼ ਤੁਹਾਡੇ ਬਾਰੇ ਕੀ ਸੋਚਦੇ ਨੇ, ਤੁਹਾਡੀ ਲੈਗੇਸੀ ਕੀ ਹੈ, ਤੁਹਾਡੇ ਜਿਹੜਾ ਪਰਿਵਾਰ ਦੇ ਵਿੱਚ ਕਿੰਨੇ ਕੁ ਪੜ੍ਹੇ ਲਿਖੇ ਲੋਕ ਨੇ। ਇਹ ਸਾਰੀਆਂ ਚੀਜ਼ਾਂ ਔਰ ਕੁਛ ਮਾਲਕ ਨੇ ਤੁਹਾਨੂੰ ਯੂਨੀਕ ਕੋਡ ਦੇ ਕੇ ਭੇਜਿਆ ਹੁੰਦਾ, ਤੁਹਾਡੀਆਂ ਲਾਈਕਸ ਐਂਡ ਡਿਸਲਾਈਕਿੰਗਸ ਹੁੰਦੀਆਂ, ਉਹਨਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਪੇਰੈਂਟਸ ਨੂੰ, ਬੱਚੇ ਨੂੰ ਖੁਦ ਔਰ ਜਿਹੜਾ ਪੜ੍ਹਾਉਣ ਵਾਲਾ ਅਧਿਆਪਕ ਹੈ ਇਹਨਾਂ ਨੂੰ ਬੱਚੇ ਵੱਲ ਦੀ ਰੁਚੀ ਨੂੰ ਦੇਖਦਿਆਂ ਹੋਇਆਂ ਇਹ ਡਿਸਾਈਡ ਕਰਨ ਦੇ ਵਿੱਚ ਮਦਦ ਕਰਨੀ ਪੈਂਦੀ ਹੈ ਸਾਨੂੰ ਕਿ ਬੱਚਾ ਕਿਸ ਤਰੀਕੇ ਦੀ ਪੜ੍ਹਾਈ ਕਰੇ। ਉਹ ਆਰਟਸ ਦੇ ਵਿੱਚ ਜਾਵੇ, ਉਹ ਸਾਇੰਸ ਦੇ ਵਿੱਚ ਜਾਵੇ, ਉਹ ਇੰਜੀਨੀਅਰਿੰਗ ਕਰੇ ਜਾਂ ਮੈਡੀਸਨ ਲਵੇ। ਉਹਦੀ ਰੁਚੀ ਨੂੰ ਦੇਖਣਾ ਬਹੁਤ ਜ਼ਰੂਰੀ ਹੈ। ਇਹ ਥੋਪਣਾ ਨਹੀਂ ਚਾਹੀਦਾ ਕਿਉਂਕਿ ਮਾਲਕ ਨੇ ਹਰੇਕ ਬੱਚੇ ਨੂੰ ਕੋਈ ਨਾ ਕੋਈ ਯੂਨੀਕ ਕੋਡ ਦੇ ਕੇ ਭੇਜਿਆ ਔਰ ਉਹਦੀ ਰੁਚੀ ਦੇ ਮੁਤਾਬਕ ਹੀ ਸਾਨੂੰ ਗਾਈਡੈਂਸ ਦੇਣੀ ਚਾਹੀਦੀ ਹੈ। ਲੇਕਿਨ ਉਹਦੇ ਅੰਦਰ ਰੁਚੀ ਕਿਹੜੀ ਹੈ, ਇਸ ਚੀਜ਼ ਦਾ ਚੁਣਾਵ ਬੜੇ ਧਿਆਨ ਦੇ ਨਾਲ ਉਹ ਸਾਰੀ ਟੀਮ ਨੂੰ ਜਿਹਦਾ ਮੈਂ ਜ਼ਿਕਰ ਕੀਤਾ ਉਹਨੂੰ ਕਰਨਾ ਚਾਹੀਦਾ। ਹਾਂਜੀ ਸਰ, ਤੁਸੀਂ ਬਿਲਕੁਲ ਸਹੀ ਕਿਹਾ ਕਿ ਬੱਚੇ ਦੀ ਰੁਚੀ ਬਾਰੇ ਹੀ
ਅਗਰ ਪੇਰੈਂਟਸ ਸ਼ੁਰੂ ਤੋਂ ਹੀ ਉਹ ਦੇਖਣ ਕਿ ਬੱਚੇ ਦੀ ਰੁਚੀ ਕਿਸ ਤਰ੍ਹਾਂ ਦੀ ਹੈ ਜਾਂ ਉਹ ਕਿਸ ਫੀਲਡ 'ਚ ਐਕਸਲ ਕਰ ਰਿਹਾ ਹੈ ਤਾਂ ਉਹ ਉਸ ਹਿਸਾਬ ਨਾਲ ਉਸ ਦਾ ਚੁਣਾਵ ਕਰਨ। ਪਰ ਨਾਲ ਦੇ ਨਾਲ ਜਿਹੜਾ ਇੱਕ ਕੁਐਸਚਨ ਮੈਂ ਇਹ ਵੀ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਅਸੀਂ ਡਿਸਪਲਿਨ ਚੂਜ਼ ਕਰ ਲਿਆ, ਅਸੀਂ ਫੀਲਡ ਚੂਜ਼ ਕਰ ਲਿਆ, ਅਸੀਂ ਆਰਟਸ ਲੈਣਾ ਹੈ, ਅਸੀਂ ਸਾਇੰਸ ਲੈਣਾ ਹੈ, ਪਰ ਫੀਲਡ ਚੂਜ਼ ਕਰਨ ਤੋਂ ਬਾਅਦ ਇੰਸਟੀਟਿਊਟ ਕਿੱਦਾਂ ਸਿਲੈਕਟ ਕਰੀਏ ਕਿ ਕੀ ਦੇਖੀਏ, ਕੀ ਫੀਚਰਸ ਦੇਖੀਏ? ਕਿਉਂਕਿ ਜੇ ਮੈਂ ਤੁਹਾਨੂੰ ਇੰਸਟੀਟਿਊਟ ਦੀ ਗੱਲ ਦੱਸਾਂ ਤੇ ਹਰ ਟਾਊਨ ਦੇ ਵਿੱਚ, ਹਰ ਡਿਸਟ੍ਰਿਕਟ ਦੇ ਵਿੱਚ, ਹਰ ਸਟੇਟ ਦੇ ਵਿੱਚ ਕਹਿ ਲਓ ਕਿ ਹਰ ਨੁੱਕੜ ਤੇ ਇੰਸਟੀਟਿਊਟ ਖੁੱਲੇ ਹਨ। ਤੇ ਕਿੱਦਾਂ ਇੱਕ ਬੱਚਾ ਜਾਂ ਇੱਕ ਜਿਹੜੇ ਮਾਪੇ ਇੰਨੇ ਪੜ੍ਹੇ ਲਿਖੇ ਨਹੀਂ ਹਨ ਉਹ ਕਿੱਦਾਂ ਇੱਕ ਇੰਸਟੀਟਿਊਟ ਦੀ ਸਿਲੈਕਸ਼ਨ ਕਰਨ? ਅਨੁਪ੍ਰੀਤ ਜੀ, ਇਸ ਚੀਜ਼ ਦਾ, ਇਸ ਸਵਾਲ ਦਾ ਜਵਾਬ ਮੈਂ ਥੋੜੀ ਦੇਰ ਬਾਅਦ ਦਊਂਗਾ। ਪਹਿਲਾਂ ਮੈਂ ਇੱਕ ਗੁਜ਼ਾਰਿਸ਼ ਹੋਰ ਸਾਰੇ ਸਰੋਤਿਆਂ ਨੂੰ ਔਰ ਤੁਹਾਨੂੰ ਵੀ ਦੱਸਣਾ ਚਾਹੂੰਗਾ, ਜਦੋਂ ਅਸੀਂ ਸਕੂਲ ਲੈਵਲ ਦੇ ਉੱਪਰ ਹੁੰਦੇ ਆ ਨਾ, ਪੜ੍ਹਾਈ ਸਾਡੀ ਚੱਲ ਰਹੀ ਹੁੰਦੀ ਹੈ, ਬਿਲਕੁਲ, ਤੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜਾ ਸਾਡਾ ਮਨੁੱਖੀ ਦਿਮਾਗ ਹੈ ਨਾ, ਇਹਦੇ 3 ਪਾਰਟ ਕਹੇ ਜਾਂਦੇ ਨੇ। ਅੱਛਾ ਜੀ। ਇੱਕ ਲੈਫਟ ਪਾਸਾ ਹੈ, ਇੱਕ ਰਾਈਟ ਹੈ, ਇੱਕ ਅੱਗੇ ਵਾਲਾ ਪਾਸਾ ਹੈ। ਔਰ ਜੇ ਕਿਸੇ ਦਾ ਲੈਫਟ ਸਾਈਡ ਚੱਲਦੀ ਹੈ, ਆਈ ਮੀਨ ਮੋਰ ਐਕਟਿਵ ਲੈਫਟ ਪਾਰਟ ਹੈ, ਤੇ ਉਹ ਬੰਦਾ ਸਾਇੰਸ ਵੱਲ ਜ਼ਿਆਦਾ ਪ੍ਰੇਰਿਤ ਹੋਏਗਾ। ਰਾਈਟ ਵੱਲ ਹੈ ਤਾਂ ਉਹ ਆਰਟਸ ਵੱਲ ਜਾਂਦਾ ਹੈ। ਇੱਦਾਂ ਸਾਇੰਸ ਕਹਿੰਦੀ ਹੈ। ਹਾਂਜੀ। ਔਰ ਅਸੀਂ ਇਹ ਧਿਆਨ ਰੱਖਣਾ ਹੈ ਕਿ ਜੇ ਕੋਈ ਬੰਦੇ ਦਾ ਸਰਵਪੱਖੀ ਵਿਕਾਸ ਵੱਲ ਅਸੀਂ ਧਿਆਨ ਦੇਣਾ, ਜਿਹਨੂੰ ਅਸੀਂ ਓਵਰਆਲ ਡਿਵੈਲਪਮੈਂਟ ਕਹਿੰਦੇ ਆ। ਬਿਲਕੁਲ। ਬੱਚਾ ਸਿਰਫ ਪੜ੍ਹੀ ਹੀ ਜਾਂਦਾ ਹੈ, ਉਹ ਖੇਡਾਂ ਵੱਲ ਧਿਆਨ ਨਹੀਂ ਦਿੰਦਾ, ਖੇਡੀ ਹੀ ਜਾਂਦਾ ਹੈ ਤੇ ਉਹ ਪੜ੍ਹਨ ਵੱਲ ਧਿਆਨ ਨਹੀਂ ਦਿੰਦਾ, ਉਹ ਬੰਦਾ ਡਿਬੇਟ ਦੇ ਵਿੱਚ ਹਿੱਸਾ ਨਹੀਂ ਲੈਂਦਾ, ਉਹ ਬੱਚਾ ਨੱਚਦਾ ਨਹੀਂ ਹੈ, ਉਹ ਬੰਦਾ ਆਪਣੀ ਲਾਈਫ ਨੂੰ ਇੰਜੋਏ ਨਹੀਂ ਕਰਦਾ, ਫੁੱਲਾਂ ਦੀ ਤਾਜ਼ਗੀ ਉਹਨੂੰ ਅੱਛੀ ਨਹੀਂ ਲੱਗਦੀ, ਹਵਾ ਦਾ ਠੰਡਾਪਨ, ਠੰਡੇ ਝੋਕੇ ਉਹਦੇ ਤੇ ਅਸਰ ਨਹੀਂ ਕਰਦੇ। ਜੇ ਕੋਈ ਇਦਾਂ ਦੀ ਕਮੀ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ ਤੇ ਬਚਪਨ ਦੇ ਵਿੱਚ ਹੀ ਸਾਨੂੰ ਉਹਦਾ ਸੁਧਾਰ ਦੀ ਲੋੜ ਹੈ। ਕਿਸ ਤਰ੍ਹਾਂ? ਇੱਕ ਬੱਚਾ ਮੈਥਮੈਟੀਕਲ ਐਬਿਲਿਟੀ ਉਹਦੀ ਬਹੁਤ ਅੱਛੀ ਹੈ, ਬਿਲਕੁਲ, ਸਾਇੰਟੀਫਿਕ ਟੈਂਪਰਾਮੈਂਟ ਉਹਦਾ ਬਹੁਤ ਅੱਛਾ ਹੈ, ਲੇਕਿਨ ਜੇ ਉਹਨੂੰ ਮੈਂ ਪੇਂਟਿੰਗ ਕਰਨ ਨੂੰ ਕਹਾਂ, ਉਹਨੂੰ ਡਾਂਸ ਕਰਨ ਨੂੰ ਕਹਾਂ, ਉਹਨੂੰ ਸਟੇਜ ਦੇ ਉੱਪਰ ਜਾ ਕੇ ਕੁਝ ਬੋਲਣ ਨੂੰ ਕਹਾਂ, ਤੇ ਉਹ ਪਿੱਛੇ ਬੈਕਫੁੱਟ ਤੇ ਚਲਾ ਜਾਂਦਾ, ਨਹੀਂ ਲੈਂਦਾ। ਇਹਦਾ ਮਤਲਬ ਕਿਤੇ ਨਾ ਕਿਤੇ ਸਾਨੂੰ ਮਿਹਨਤ ਕਰਨ ਦੀ ਲੋੜ ਹੈ, ਉਸ ਬੱਚੇ ਨੂੰ ਉਸ ਪਾਸੇ ਪ੍ਰੇਰਿਤ ਕਰਨ ਦੀ ਲੋੜ ਹੈ, ਰਾਈਟ? ਉਹਦੇ ਨਾਲ ਕੀ ਹੋਏਗਾ ਕਿ 3 ਡਾਇਮੈਂਸ਼ਨਲ ਗਰੋਥ ਬੱਚੇ ਦੀ ਜਦੋਂ ਹੁੰਦੀ ਆ ਤੇ ਉਹਦੇ ਮਨ ਦਾ ਵਿਕਾਸ ਜ਼ਿਆਦਾ ਹੁੰਦਾ, ਉਹਦੇ ਅੰਦਰ ਜਾਗਰਤੀ ਜ਼ਿਆਦਾ ਆਉਂਦੀ ਆ, ਔਰ ਆਪਣੇ ਡਿਸੀਜਨ ਲੈਣ ਦੀ, ਸਹੀ ਡਿਸੀਜਨ ਲੈਣ ਦੀ ਜਿਹੜਾ ਕੌਨਫੀਡੈਂਸ ਲੈਵਲ ਹੈ ਔਰ ਜਿਹੜੀ क्षमता है वो ਵੱਧਦੀ ਹੈ ਓਵਰਆਲ ਡਿਵੈਲਪਮੈਂਟ ਦੀ। ਹੁਣ ਮੈਂ ਤੁਹਾਡੇ ਦੂਸਰੇ ਸਵਾਲ ਵੱਲ ਆਉਣਾ ਹੈ ਕਿ ਬਹੁਤ ਮਸ਼ਰੂਮਿੰਗ ਹੈ, ਜਿੱਦਾਂ ਤੁਸੀਂ ਕਿਹਾ, ਜਗ੍ਹਾ ਜਗ੍ਹਾ ਦੇ ਉੱਪਰ ਇੰਸਟੀਚਿਊਟਸ ਖੁੱਲੇ ਹੋਏ ਨੇ। ਸੋ +2 ਤੋਂ ਬਾਅਦ ਬੜਾ ਇੱਕ ਡਿਫਿਕਲਟ ਜਿਹਾ ਸਮੇਂ ਆਉਂਦਾ ਕਿ ਕਿਹੜੇ ਸਟਰੀਮ ਦਾ ਚੁਣਾਵ ਕੀਤਾ ਜਾਵੇ, ਕਿਹੜੇ ਜਿਹੜੇ ਸਾਡੇ ਇੰਸਟੀਚਿਊਟਸ ਨੇ ਉਹਦਾ ਚੁਣਾਵ ਕੀਤਾ ਜਾਵੇ। ਉਹਦਾ ਸਿੰਪਲ ਜਿਹਾ ਮੈਂ ਇੱਕ ਤੁਹਾਨੂੰ ਮਾਪਦੰਡ ਦਿੰਦਾ, जेई एडवांस, जेई मेन सारे दिंदे ने, ਜਿਹੜੇ ਵੀ ਇੰਜੀਨੀਅਰਿੰਗ ਦੇ ਐਸਪਾਇਰੈਂਟਸ ਨੇ ਜਾਂ ਨੀਟ ਦਿੰਦੇ ਨੇ, ਜਿਹੜੇ ਮੈਡੀਸਨ ਦੇ ਉਹ ਐਸਪਾਇਰੈਂਟਸ ਹੁੰਦੇ ਨੇ। ਆਪਾਂ ਗੱਲ ਕਰਦੇ ਹਾਂ ਨਾਨ ਮੈਡੀਕਲ ਵਾਲੀ ਸਟਰੀਮ ਦੀ, ਇੰਜੀਨੀਅਰਿੰਗ ਵਾਲੀ। ਉਹਦੇ ਵਿੱਚ ਤੁਸੀਂ ਦੇਖੋ ਜਿਹੜੇ ਦੇ ਬੱਚੇ ਐਡਵਾਂਸ, ਜੇਈ ਮੇਨਸ IIT ਦੇ ਵਿੱਚ ਚਲੇ ਗਏ ਜਾਂ NIT ਦੇ ਵਿੱਚ ਚਲੇ ਗਏ, ਹੁਣ IIT ਦੇ ਵਿੱਚ ਜਾਂ NIT ਦੇ ਵਿੱਚ ਉਹਨਾਂ ਨੂੰ ਆਪਣੇ ਮਨਪਸੰਦ ਦੀ ਬ੍ਰਾਂਚ ਮਿਲੀ ਜਾਂ ਨਹੀਂ ਮਿਲੀ, ਇਹ ਕਿਉਂਕਿ ਤੁਹਾਡੇ ਤੇ ਡਿਪੈਂਡ ਨਹੀਂ ਕਰਦਾ ਕਿ ਤੁਸੀਂ ਜਿਹੜੀ ਬ੍ਰਾਂਚ ਕਹਿ ਰਹੇ ਹੋ ਮਿਲੀ ਜਾਵੇ, ਬਿਕੋਜ਼ ਇਟ ਇਜ਼ ਆਲ ਮਾਰਕਸ ਬੇਸਡ। ਤੁਹਾਡੀ ਰੈਂਕਿੰਗ ਹੈ, ਤੁਹਾਡੀ ਰੈਂਕਿੰਗ ਦੇ ਮੁਤਾਬਕ ਹੀ ਤੁਹਾਨੂੰ ਬ੍ਰਾਂਚ ਮਿਲਣੀ ਹੈ। ਫਰਜ਼ ਕਰੋ ਤੁਹਾਨੂੰ ਉਹ ਰੈਂਕਿੰਗ ਦੇ ਮੁਤਾਬਕ ਆ ਗਈ ਤਾਂ ਬਹੁਤ ਅੱਛਾ, IIT ਔਰ NIT ਦੇ ਵਿੱਚ ਤੁਸੀਂ ਚਲੇ ਗਏ। ਜੇ ਨਹੀਂ ਆਈ ਤਾਂ ਫਿਰ ਹੁਣ ਇੱਕ ਦੌੜ ਸ਼ੁਰੂ ਹੋ ਗਈ, ਮੈਂ ਕਿਸ ਕਾਲਜ ਦੇ ਵਿੱਚ ਜਾਣਾ। ਜਗ੍ਹਾ ਜਗ੍ਹਾ ਦੇ ਉੱਪਰ ਤੁਸੀਂ ਜਿੱਦਾਂ ਕਿਹਾ ਕਾਲਜ ਹੈ, ਉਹਦਾ ਮਾਪਦੰਡ ਇਹ ਹੈ, ਤੁਸੀਂ ਡਿਫਰੈਂਟ ਯੂਨੀਵਰਸਿਟੀਜ਼ ਦੀ ਜਾਂ ਕਾਲਜਿਸ ਦੀ ਵੈਬਸਾਈਟ ਵਿਜ਼ਿਟ ਕਰੋ। ਪਹਿਲਾਂ ਤਾਂ ਇਹ ਦੇਖੋ ਕਿ ਕੀ ਉਹ ਜਿਹੜੀਆਂ ਸਰਕਾਰੀ ਸੰਸਥਾਵਾਂ ਨੇ ਨੈਸ਼ਨਲ ਲੈਵਲ ਦੀਆਂ, ਜਿੱਦਾਂ NAC ਹੈ, ਕੀ ਉਹ ਇੰਸਟੀਚਿਊਟ NAC ਅਕ੍ਰੈਡਿਟਡ ਹੈ ਜਾਂ ਨਹੀਂ ਹੈ, ਮਾਨਤਾ ਪ੍ਰਾਪਤ ਹੈ ਜਾਂ ਨਹੀਂ ਹੈ। ਸੈਕਿੰਡ, ਪਤਾ ਲੱਗ ਗਿਆ ਕਿ NAC ਅਕ੍ਰੈਡਿਟਡ ਹੈਗਾ, ਤੁਸੀਂ ਉਸ ਇੰਸਟੀਚਿਊਸ਼ਨ ਦੇ ਅੰਦਰ ਜਾਓ, ਕਾਉਂਸਲਰਸ ਬੈਠੇ ਹੁੰਦੇ ਨੇ, ਐਡਮਿਸ਼ਨ ਦੀ ਪੂਰੀ ਟੀਮ ਬੈਠੀ ਹੁੰਦੀ ਹੈ, ਉਹਨਾਂ ਦੇ ਕੋਲੇ ਜਾਓ, ਉਹਨਾਂ ਨੂੰ ਸਵਾਲ ਪੁੱਛੋ, ਬਿਕੋਜ਼ ਐਜੂਕੇਸ਼ਨ, the purpose of education is not only learning, it is something, how do you apply what you learn। ਬਿਲਕੁਲ, grasp ਕਿੰਨਾ ਕੁ ਹੋ ਰਿਹਾ, ਤੁਹਾਡੇ ਬੱਚੇ ਕਰ ਕੀ ਰਹੇ ਆ, ਜਿਹੜੇ ਸਿੱਖ ਰਹੇ ਨੇ, ਜੋ ਸਿੱਖ ਕੇ ਜਾ ਰਹੇ ਆ, ਉਹਦੀ ਐਪਲੀਕੇਸ਼ਨ ਕਿੱਥੇ ਹੈ। ਬਿਲਕੁਲ, ਉਹ ਤੁਹਾਨੂੰ ਮੈਂ ਦੱਸਦਾ। ਜਦੋਂ ਵੀ ਤੁਸੀਂ ਐਡਮਿਸ਼ਨ ਟੀਮ ਦੇ ਕੋਲੇ ਜਾਓ ਤੇ ਇਹ ਸਵਾਲ ਕਰੋ ਕਿ ਤੁਹਾਡੇ ਕਿੰਨੇ ਕੁ ਬੱਚੇ UPSC ਕਲੀਅਰ ਕਰ ਰਹੇ ਨੇ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਜਿਹਦੇ ਵਿੱਚ ਇੰਜੀਨੀਅਰਸ ਦਾ ਮਾਪਦੰਡ ਕੀ ਹੈ, ਇੰਡੀਅਨ ਇੰਜੀਨੀਅਰਿੰਗ ਸਰਵਿਸਿਜ਼। ਕਿੰਨੇ ਬੱਚੇ ਇੰਡੀਅਨ ਇੰਜੀਨੀਅਰਿੰਗ ਸਰਵਿਸਿਜ਼ ਤੁਹਾਡੇ ਸਿਲੈਕਟ ਹੋਏ, ਕਿੰਨੇ ਬੱਚੇ ਤੁਹਾਡੇ ਉਸ ਤੋਂ ਵੀ ਅੱਗੇ ਸਿਵਲ ਸਰਵਿਸਿਜ਼ ਵਾਸਤੇ ਗਏ, ਕਿੰਨੇ ਬੱਚਿਆਂ ਨੇ
3rd ਈਅਰ ਵਾਲਿਆਂ ਨੇ ਜਾਂ ਫਾਈਨਲ ਈਅਰ ਵਾਲਿਆਂ ਨੇ ਗੇਟ ਕੁਆਲੀਫਾਈ ਕੀਤਾ। ਗੇਟ ਹੁੰਦਾ ਸਾਡੇ ਇੰਜੀਨੀਅਰਿੰਗ 'ਚ ਨਾ ਗ੍ਰੈਜੂਏਟ ਐਪਟੀਚਿਊਡ ਟੈਸਟ ਆਫ ਇੰਜੀਨੀਅਰਿੰਗ, ਕਿੰਨਿਆਂ ਕੁ ਨੇ ਕਲੀਅਰ ਕੀਤਾ। ਇਹ ਇੰਨਾ ਇੰਪੋਰਟੈਂਟ ਹੈ ਗੇਟ ਦੇ ਬਾਰੇ ਅੱਜ ਦੀ ਤਰੀਕ ਦੇ ਵਿੱਚ ਗੱਲ ਕਰਨੀ ਕਿ ਜਿੰਨੀਆਂ ਵੀ ਤੁਹਾਡੀਆਂ MNCs ਨੇ ਜਾਂ ਜਿੰਨੀਆਂ ਵੀ MNCs ਨੂੰ ਛੱਡ ਕੇ ਜਿੰਨੀਆਂ ਵੀ ਤੁਹਾਡੀਆਂ ਪਬਲਿਕ ਸੈਕਟਰ ਅੰਡਰਟੇਕਿੰਗਸ ਨੇ, ਹਾਂਜੀ, ਜਿਨ੍ਹਾਂ ਨੂੰ ਅਸੀਂ ਮਹਾਰਤਨਾ ਕੰਪਨੀਜ਼ ਜਾਂ ਨਵਰਤਨਾ ਕੰਪਨੀਜ਼ ਸਰਕਾਰ ਦੀਆਂ ਕਹਿੰਦੇ ਆ, ਉਹਨਾਂ ਦੇ ਵਿੱਚ ਜੇ ਤੁਸੀਂ ਨੌਕਰੀ ਚਾਹੁੰਦੇ ਹੋ, ਹਰੇਕ ਬੰਦਾ ਚਾਹੁੰਦਾ, ਬਿਲਕੁਲ, ਕੋਈ ਮਾਂ ਪਿਓ ਮੈਨੂੰ ਇਹੋ ਜਿਹਾ ਦੱਸ ਦਿਓ ਜਾਂ ਕੋਈ ਬੱਚਾ ਜਿਹੜਾ ਕਲਾਸ 1 ਗਜ਼ਟਡ ਆਫੀਸਰ ਇੰਡੀਆ 'ਚ ਨਹੀਂ ਲੱਗਣਾ ਚਾਹੁੰਦਾ, ਲੇਕਿਨ ਉਹਦੇ ਵਾਸਤੇ ਤਿਆਰੀ ਕਿੱਦਾਂ ਕਰਨੀ, ਉਹਦੇ ਵਾਸਤੇ ਕੀ ਪ੍ਰੋਸੈਸਿਸ ਨੇ, ਕਿਹੜੇ ਐਗਜ਼ਾਮਸ ਨੇ, ਇਹ ਸ਼ਾਇਦ ਫਸਟ ਈਅਰ ਦੇ ਵਿੱਚ ਜਿਹੜੇ ਬੱਚੇ ਸਾਡੇ ਕੋਲੇ ਆਉਂਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ। ਦੇ ਆਰ ਓਨਲੀ ਲੁਕਿੰਗ ਐਟ ਦੀ ਪੈਕੇਜਸ ਕਿ ਸਰ CSE ਦੇ ਵਿੱਚ ਪੈਕੇਜ ਕਿੰਨਾ ਹੈ, IT ਦੇ ਵਿੱਚ ਪੈਕੇਜ ਕਿੰਨਾ, ਬਹੁਤ ਅੱਛਾ, ਤੁਸੀਂ CSE IT ਵੱਲ ਜਾਓ, ਬਹੁਤ ਅੱਛਾ, ਬਟ ਕੈਨ ਯੂ ਫੋਰਗੇਟ ਸਿਵਲ ਇੰਜੀਨੀਅਰਿੰਗ, ਕੈਨ ਯੂ ਗੈਟ ਇਲੈਕਟ੍ਰੀਕਲ ਇੰਜੀਨੀਅਰਿੰਗ। ਇਹੀ ਸਰ ਮੈਂ ਅਗਲਾ ਸਵਾਲ ਤੁਹਾਨੂੰ ਪੁੱਛਣਾ ਚਾਹੁੰਦੀ ਸੀ। ਬਹੁਤ ਅੱਛੀ ਗੱਲਾਂ ਸਰ ਨੇ ਸਾਨੂੰ ਦੱਸੀਆਂ ਕਿ NAC ਕ੍ਰੈਡਿਟਡ ਹੈ ਇੰਸਟੀਚਿਊਟ ਕਿ ਨਹੀਂ, ਉਹਦੇ ਬਾਰੇ ਜਿਹੜੇ ਪੇਰੈਂਟਸ ਅਵੇਅਰ ਨਹੀਂ ਹੈ। ਇਹ ਬਹੁਤ ਹੀ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਵਾਲਾ ਪ੍ਰੋਗਰਾਮ ਹੈ, ਕਿਉਂਕਿ ਇਹਦੇ ਵਿੱਚ ਉਹਨਾਂ ਨੂੰ ਪਤਾ ਲੱਗ ਰਿਹਾ ਹੈ ਕਿ ਨਾਨ ਮੈਡੀਕਲ ਤੋਂ ਬਾਅਦ ਜੋ ਵੀ ਬੱਚਿਆਂ ਦਾ ਟ੍ਰੈਂਡ ਹੈ, ਆਈਦਰ ਇਟ ਇਜ਼ ਕੰਪਿਊਟਰ ਔਰ ਇਲੈਕਟ੍ਰੋਨਿਕ ਕਮਿਊਨੀਕੇਸ਼ਨ, ਸਿਵਲ ਇੰਜੀਨੀਅਰਿੰਗ ਬਾਰੇ ਬੱਚਿਆਂ ਨੂੰ ਇੰਨੀ ਨੌਲੇਜ ਨਹੀਂ ਹੈ। ਤੇ ਮੇਰਾ ਅਗਲਾ ਸਵਾਲ ਸਰ ਤੁਹਾਨੂੰ ਇਹੀ ਸੀ ਕਿ ਸਿਵਲ ਇੰਜੀਨੀਅਰਿੰਗ ਮਤਲਬ ਕੀ ਇਹਦੇ ਫਾਇਦੇ ਹੈ, ਕਿੱਥੇ ਇਹਦੀਆਂ ਪਲੇਸਮੈਂਟਸ ਹੁੰਦੀਆਂ, ਕਿਉਂ ਬੱਚੇ ਇਹਦੇ ਵੱਲ ਅਟਰੈਕਟ ਨਹੀਂ ਹੋ ਰਹੇ, ਮਤਲਬ ਕੀ ਪ੍ਰੋਬਲਮਸ ਆ ਰਹੀਆਂ ਸਟੂਡੈਂਟਸ ਨੂੰ, ਕੀ ਉਹਨਾਂ ਨੂੰ ਨੌਲੇਜ ਨਹੀਂ ਹੈ ਇਹਦੇ ਬਾਰੇ? ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਅਗਰ ਤੁਸੀਂ ਇਹਨਾਂ ਬਾਰੇ ਦੱਸੋ। ਹਾਂ ਅਨੁਪ੍ਰੀਤ ਜੀ, ਜਿੱਥੋਂ ਤੱਕ ਮੇਰਾ ਸਵਾਲ ਹੈ, ਮੈਂ ਇਹ ਸਮਝਦਾ ਕਿ ਜੇ ਕੋਈ ਇੰਜੀਨੀਅਰਿੰਗ ਹੈ ਤਾਂ ਉਹ ਹੈ ਹੀ ਸਿਵਲ ਇੰਜੀਨੀਅਰਿੰਗ ਹੈ। ਬਾਕੀ ਸਾਰੀਆਂ ਇਹਦੀਆਂ ਆਫਸ਼ੂਟਸ ਨੇ। 3 ਬੇਸਿਕ ਬ੍ਰਾਂਚਾਂ ਸਿਵਲ, ਇਲੈਕਟ੍ਰੀਕਲ ਐਂਡ ਮਕੈਨੀਕਲ, ਇਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ। ਬਾਕੀ ਸਾਰੀਆਂ ਨਾ ਇਹਨਾਂ ਦੀਆਂ ਆਫਸ਼ੂਟਸ ਨੇ ਜਿਹੜੀਆਂ ਬਾਅਦ ਦੇ ਵਿੱਚ ਆਈਆਂ। ਸਿਵਲ ਇੰਜੀਨੀਅਰਿੰਗ ਤੁਸੀਂ ਦੇਖੋ, ਇਟ ਇਜ਼ ਦੀ ਸਾਇੰਸ ਆਫ ਇਨਫਰਾਸਟ੍ਰਕਚਰ ਡਿਵੈਲਪਮੈਂਟ। ਭਾਵੇਂ ਤੁਸੀਂ ਇਸ ਧਰਤੀ ਦੀ ਗੱਲ ਕਰ ਲਓ ਜਾਂ ਚੰਨ ਤਾਰਿਆਂ ਦੀ ਗੱਲ ਕਰ ਲਓ, ਬਿਲਕੁਲ ਬਿਲਕੁਲ, ਇੱਥੇ ਜੇ ਤੁਸੀਂ ਡੈਮ ਬਣਾਉਣੇ ਨੇ, ਜੇ ਤੁਸੀਂ ਸੜਕਾਂ ਬਣਾਉਣੀਆਂ ਨੇ, ਜੇ ਤੁਸੀਂ ਇਮਾਰਤਾਂ ਬਣਾਉਣੀਆਂ ਨੇ, ਤੇ ਕਿਸ ਤਰ੍ਹਾਂ ਤੁਸੀਂ ਸਿਵਲ ਇੰਜੀਨੀਅਰਿੰਗ ਨੂੰ ਪਿੱਛੇ ਕਰ ਸਕਦੇ ਹੋ? ਹਾਂਜੀ ਬਿਲਕੁਲ। ਅੱਜ ਦੀ ਤਰੀਕ ਦੇ ਵਿੱਚ ਸਿਰਫ ਇੱਟਾਂ ਬਜਰੀ ਬਾਰੇ ਨਹੀਂ ਸੋਚਣਾ ਕਿ ਇਹੀ ਸਿਵਲ ਇੰਜੀਨੀਅਰਿੰਗ ਹੈ। ਸਿਵਲ ਇੰਜੀਨੀਅਰਿੰਗ ਦੇ ਵਿੱਚ ਤਾਂ ਅੱਜ ਦੀ ਤਰੀਕ ਦੇ ਵਿੱਚ ਸੌਰੀ ਅਸੀਂ ਸੋਚ ਰਹੇ ਹਾਂ ਕਿ ਜਿਹੜਾ ਆਦਮੀ ਜਿਸ ਤਰ੍ਹਾਂ ਰੋਡ ਦੇ ਉੱਪਰ ਚੱਲ ਰਹੇ ਨੇ ਨਾ, ਉਹਨਾਂ ਦੀ ਇਸ એનર્ਜੀ ਤੋਂ, ਚੱਲਣ ਦੀ એનર્ਜੀ ਤੋਂ, ਕਾਈਨੈਟਿਕ એનર્ਜੀ ਤੋਂ, ਕਾਈਨੈਟਿਕ ਫੁੱਟਫਾਲ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ ਤੋਂ ਅਸੀਂ ਬਿਜਲੀ ਕਿੱਦਾਂ ਪੈਦਾ ਕਰਨੀ ਹੈ। ਬਿਲਕੁਲ, ਔਰ ਇੰਨੀ ਐਡਵਾਂਸਮੈਂਟ ਹੈ ਸਿਵਲ ਇੰਜੀਨੀਅਰਿੰਗ ਦੀ। ਪਰ ਜੇ ਅਸੀਂ ਗੱਲ ਕਰੀਏ ਆਮ ਸਟੂਡੈਂਟਸ ਦੀ, ਤਾਂ ਦੇ ਆਰ ਨਾਟ ਅਵੇਅਰ ਆਫ ਦਿਸ ਥਿੰਗ। ਦੇ ਆਰ ਨਾਟ ਅਵੇਅਰ। ਉਹ ਅਵੇਅਰਨੈਸ ਅਸੀਂ ਕ੍ਰੀਏਟ ਪੰਜਾਬ ਦੇ ਵਿੱਚ ਥਰੂ, ਮੈਨੂੰ ਬੜਾ ਮਾਣ ਮਹਿਸੂਸ ਹੈ ਕਿ ਮੈਂ ਇਸ ਦੱਸਣ 'ਚ ਕਿ ਮੈਂ ਅਮਰੀਕਨ ਸੁਸਾਇਟੀ ਫਾਰ ਸਿਵਲ ਇੰਜੀਨੀਅਰਸ ਜਿਹਦਾ ਸਟੂਡੈਂਟ ਚੈਪਟਰ ਡੇਵੀਡ ਦੇ ਵਿੱਚ ਵੀ ਹੈ, ਮੈਂ ਉਹਦਾ ਨਾਰਦਰਨ ਰੀਜਨ ਦਾ ਟ੍ਰੈਜਰਰ ਵੀ ਹਾਂ। ਔਰ ਹਾਂਜੀ, ਔਰ ਅਸੀਂ ਇੱਕ ਮੁਹਿੰਮ ਦੇ ਤਹਿਤ ਨਾ, ਜਿੱਦਾਂ ਅਸੀਂ ਬੱਚਿਆਂ ਨੂੰ ਨਰਸਰੀ ਦੇ ਉੱਪਰ ਸਿਖਾਉਂਦੇ ਹਾਂ ਨਾ, A ਫॉर ਐਪਲ, B ਫॉर ਬੈਟ, C ਫॉर ਕੈਟ, ਮੈਂ ਇਹ ਕਹਿਣਾ ਕਿ ਜੇ ਅਸੀਂ ਸਿਖਾਉਣਾ ਸ਼ੁਰੂ ਕਰ ਦਈਏ ਸਿਵਲ ਇੰਜੀਨੀਅਰਿੰਗ ਟਰਮਸ ਦੇ ਵਿੱਚ, A ਫॉर ਐਰੋਪਲੇਨ, B ਫॉर ਬ੍ਰਿਕਸ, C ਫॉर ਸੀਮੈਂਟ, D ਫॉर ਡੈਮ, ਬਿਲਕੁਲ ਰਾਈਟ, ਤੇ ਕਿਉਂ ਨਾ ਉਹਨਾਂ ਦੇ ਅੰਦਰ ਜਾਗਰਤੀ ਪੈਦਾ ਹੋਏਗੀ ਕਿ ਇਹ ਚੀਜ਼ਾਂ ਕੀ ਨੇ। ਜਦੋਂ ਅਸੀਂ ਇਨਫੈਂਟ ਸਟੇਜ ਦੇ ਉੱਪਰ ਹੀ, ਜਦੋਂ ਲਰਨਿੰਗ ਫੇਜ਼ ਹੈ, ਰਾਈਟ, ਉਦੋਂ ਅਸੀਂ ਇਦਾਂ ਦੀਆਂ ਟਰਮਸ ਪਾਵਾਂਗੇ ਨਾ, ਤਾਂ ਕਿਤੇ ਨਾ ਕਿਤੇ ਸਿਵਲ ਇੰਜੀਨੀਅਰਿੰਗ ਦਾ ਜਿਹੜਾ ਰੁਝਾਨ ਹੈ ਉਹ ਬੱਚੇ ਦੇ ਅੰਦਰ ਆਏਗਾ, ਔਰ ਜਦੋਂ ਵੱਡਾ ਹੋਏਗਾ +1 2 ਲੈਵਲ ਤੇ, ਉਹਦੇ ਦਿਮਾਗ ਦੇ ਵਿੱਚ ਜ਼ਰੂਰ ਸਿਵਲ ਇੰਜੀਨੀਅਰਿੰਗ ਦੀਆਂ ਟਰਮਸ ਆਉਣਗੀਆਂ। ਹੁਣ ਤੁਸੀਂ ਡੇਵਿਡ ਦੀ ਗੱਲ ਕਰ ਲਓ, ਤੁਸੀਂ ਪਲੇਸਮੈਂਟ ਦੀ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਸਿਵਲ ਇੰਜੀਨੀਅਰਿੰਗ ਕਹਿੰਦਾ, I am the proud head of the department who has no hesitation in saying ਕਿ ਮੇਰੇ ਪੜ੍ਹਾਏ ਹੋਏ ਡੇਵਿਡ ਦੇ ਜਿਹੜੇ ਸਿਵਲ ਇੰਜੀਨੀਅਰਿੰਗ ਦੇ ਬੱਚੇ ਨੇ, 29 ਸਿਵਲ ਇੰਜੀਨੀਅਰਸ ਦੇ ਆਰ ਵਰਕਿੰਗ ਐਜ਼ ਸਬ ਡਿਵੀਜ਼ਨਲ ਆਫਿਸਰਸ ਇਨ ਦੀ ਸਟੇਟ ਆਫ ਪੰਜਾਬ, ਔਰ ਉਹਨਾਂ ਦੇ ਵਿੱਚ ਸਾਡੀਆਂ ਜਿਹੜੀਆਂ ਫੀਮੇਲਸ ਨੇ, ਲੜਕੀਆਂ, ਉਹ ਲੜਕਿਆਂ ਤੋਂ ਘੱਟ ਨਹੀਂ ਹਨ। ਬਿਲਕੁਲ ਬਿਲਕੁਲ, ਉਹ ਵੀ ਉਹਨਾਂ ਹੀ PPSC ਦੇ ਥਰੂ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਥਰੂ ਜਾਂ ਐਲਸਵੇਅਰ ਕੰਮ ਕਰ ਰਹੀਆਂ ਨੇ, ਜਿੱਦਾਂ ਸਾਡੇ ਬੱਚੇ ਜਾਂ ਮੁੰਡੇ ਕੰਮ ਕਰ ਰਹੇ ਨੇ। ਬਿਲਕੁਲ ਸਰ। ਹੁਣ ਸਰ ਅਗਲੀ ਜਿਹੜੀ ਮੈਂ ਗੱਲ ਕਰਾਂਗੀ, ਕਰੀਅਰ ਚੂਜ਼ ਹੋ ਗਿਆ, ਇੰਸਟੀਚਿਊਟ ਵੀ ਚੂਜ਼ ਹੋ ਗਿਆ, ਪਰ ਜਿਹੜੇ ਬੱਚੇ ਹੈ, ਜਿੱਦਾਂ ਆਪਾਂ ਨਿਊਜ਼ਪੇਪਰ ਖੋਲੀਏ ਤੇ ਆਮ ਅਸੀਂ ਖਬਰਾਂ ਪੜ੍ਹਦੇ ਹਾਂ, IIT ਦੇ ਬੱਚੇ ਨੇ ਸੁਸਾਈਡ ਕਮਿਟ ਕਰ ਲਿਆ, ਜਾਂ ਫਿਰ ਨਾਰਮਲ ਕੋਈ ਵੀ ਸਟੂਡੈਂਟ ਹੈ ਉਹ 4 ਸਾਲ ਕੰਟੀਨਿਊ ਨਹੀਂ ਕਰ ਪਾਇਆ।
ਕੀ ਸਰ ਉਹ ਫਸਟ ਈਅਰ ਤੋਂ ਲੈ ਕੇ 4th ਈਅਰ ਤੱਕ ਕਿੱਦਾਂ ਆਪਣੇ ਕਰੀਅਰ ਨੂੰ ਪਰਸਿਊ ਕਰਨ ਤਾਂ ਕਿ ਜਿਹੜਾ ਉਹ ਆਪਣੇ ਫੀਲਡ ਦੇ ਵਿੱਚ ਐਕਸਲ ਕਰ ਸਕਣ, ਕਿੱਦਾਂ ਉਹ 4 ਸਾਲ ਗੁਜ਼ਾਰਨ, 4 ਸਾਲ ਤੋਂ ਬਾਅਦ ਜਿੱਦਾਂ ਉਹ ਬਾਹਰ ਨਿਕਲਣ, ਕਿੱਦਾਂ ਪਲੇਸਮੈਂਟ ਲੈਣ, ਕਿਹੜੇ ਕੋਰਸਿਸ ਉਹ ਜੁਆਇਨ ਕਰਨ? ਸੋ ਪਲੀਜ਼ ਥੋੜਾ ਜਿਹਾ ਇਹਦੇ ਬਾਰੇ ਸਾਨੂੰ ਦੱਸੋ। ਜ਼ਰੂਰ, ਇਟਸ ਵੈਰੀ ਇੰਪੋਰਟੈਂਟ ਕੁਐਸਚਨ। ਹਾਂਜੀ ਬਿਲਕੁਲ। ਅਨੁਪ੍ਰੀਤ ਜੀ, ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਨਾ, ਇਟ ਇਜ਼ ਸਮਹਾਉ ਫੀਅਰ ਬੇਸਡ ਸਿਸਟਮ। ਬਿਲਕੁਲ। ਜਿਹਨੂੰ ਅਸੀਂ ਕਹਿੰਦੇ ਆ, ਜਦੋਂ ਤੁਸੀਂ ਸੁਸਾਈਡ ਨੋਟ ਗੱਲ ਕੀਤੀ ਹੈ ਕਿ ਹਾਂਜੀ, ਬੱਚੇ ਜਿਹੜੇ ਬਿਲਕੁਲ। ਡਿਪਰੈਸ਼ਨ 'ਚ ਚਲੇ ਜਾਂਦੇ, ਇਦਾਂ ਹੋ ਜਾਂਦਾ। ਤੁਸੀਂ ਇਹ ਦੇਖੋ ਕਿ ਅਸੀਂ ਬੱਚੇ ਨੂੰ, ਸਾਡਾ ਸਿਸਟਮ ਇਹ ਕਹਿੰਦਾ ਹੈ ਕਿ ਜੇ ਤੁਸੀਂ 98% 99% ਮਾਰਕਸ ਨਹੀਂ ਲੈ ਤਾਂ ਤੁਸੀਂ ਕੁਝ ਨਹੀਂ ਅਚੀਵ ਕੀਤਾ। ਐਕਚੁਅਲੀ ਮਾਰਕਸ ਬੇਸ ਸਟੱਡੀ ਜ਼ਿਆਦਾ ਹੈ ਸਰ। ਮਾਰਕਸ ਇਜ਼ ਯੂ ਕੈਨ ਸੇ ਕਿ ਮਾਰਕਸ ਦੇ ਨਾਲ ਹੀ ਤੁਹਾਡੀ ਸੁਸਾਇਟੀ 'ਚ ਇਮੇਜ ਹੈ ਕਿ ਅਗਰ ਤੁਸੀਂ 99% ਲੈ ਰਹੇ ਹੋ ਤਾਂ ਤੁਸੀਂ ਬਹੁਤ ਅੱਛੇ ਸਟੂਡੈਂਟ ਹੋ, ਅਦਰਵਾਈਜ਼ ਯੂ ਆਰ ਜ਼ੀਰੋ। ਜਦੋਂ ਕਿ ਇਹ ਜਿਹੜਾ ਸਿਸਟਮ ਹੈ ਫੀਅਰ ਵਾਲਾ, ਹਾਂਜੀ, ਇਹਨੂੰ ਕਿਤੇ ਨਾ ਕਿਤੇ ਸਾਨੂੰ ਪਿੱਛੇ ਕਰਨ ਦੀ ਲੋੜ ਹੈ ਔਰ ਬੱਚੇ ਨੂੰ ਲਰਨ ਕਰਨ ਦਿਓ। ਲੈਟ ਹਿਮ ਔਰ ਹਰ ਲਰਨ ਦ ਥਿੰਗਸ ਹਾਂਜੀ। ਐਂਡ ਟਰਾਈ ਟੂ ਉਹ ਅਪਲਾਈ ਕਰੇ, ਕਿੱਧਰ ਜਾਣਾ ਕੀ ਕਰਨਾ ਚਾਹੁੰਦੇ ਨੇ ਸਿੱਖਣ ਤੋਂ ਬਾਅਦ। ਹਾਂਜੀ। ਔਰ ਜਿਹੜੇ ਬੱਚੇ ਆਪਣੀ ਖੁਸ਼ੀ ਦੇ ਨਾਲ ਸਿੱਖਦੇ ਨੇ, ਹਾਂਜੀ, ਔਰ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਅਪਲਾਈ ਕਰਨ ਦੀ ਕੋਸ਼ਿਸ਼ ਕਰਦੇ ਨੇ ਨਾ, ਫਿਰ ਉਹ ਭਾਵੇਂ ਪੁਲਾੜ ਦੀਆਂ ਪੁਲਾਂਘਾਂ ਹੋਣ ਤੇ ਭਾਵੇਂ ਇਸ ਧਰਤੀ ਦੀਆਂ ਗੱਲਾਂ ਹੋਣ, ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ। ਇਹ ਫੀਅਰ ਵਾਲਾ ਮਾਹੌਲ ਬੱਚਿਆਂ ਦੇ ਮਨ ਤੋਂ ਸਾਨੂੰ ਦੂਰ ਕਰਨਾ ਪੈਣਾ। ਬਿਲਕੁਲ। ਔਰ ਸਰਵ ਪੱਖੀ ਵਿਕਾਸ ਜਿਹੜਾ ਹੈ ਉਹਦੇ ਵੱਲ ਜਿੰਨੀ ਦੇਰ ਤੱਕ ਅਸੀਂ ਧਿਆਨ ਨਹੀਂ ਦਿੰਦੇ, ਰਾਈਟ, ਸਾਈਕੋਲੋਜੀਕਲੀ ਅਸੀਂ ਆਪਣੇ ਬੱਚਿਆਂ ਨੂੰ ਅਪਗ੍ਰੇਡ ਨਹੀਂ ਕਰਦੇ ਜਾਂ ਉਹਨਾਂ ਨੂੰ ਕੌਨਫੀਡੈਂਟ ਨਹੀਂ ਕਰਦੇ ਤੇ ਇਹੋ ਜਿਹੀਆਂ ਚੀਜ਼ਾਂ ਆਉਣਗੀਆਂ ਹੀ ਆਉਣਗੀਆਂ। ਇਸੇ ਕਰਕੇ ਮੈਂ ਕਿਹਾ ਸੀ ਜਿਹੜਾ ਵੀ ਡਿਪਰੈਸ਼ਨ ਦਾ ਕਾਰਨ ਹੈ ਜਾਂ ਸੁਸਾਈਡ ਹੈ, ਇਹ ਨਹੀਂ ਹੋਣਾ ਚਾਹੀਦਾ। ਫੀਅਰ ਸਾਈਕੋਸਿਸ ਨੂੰ ਦੂਰ ਕਰਨਾ ਚਾਹੀਦਾ। ਔਰ ਜਿਹੜੇ ਪੇਰੈਂਟਸ ਨੇ, ਬਿਲਕੁਲ, ਜਾਂ ਜਿਹੜੇ ਟੀਚਰਸ ਨੇ, ਜਾਂ ਜਿਹੜਾ ਇੱਕ ਫਰੈਂਡ ਸਰਕਲ ਹੈ, ਬਿਲਕੁਲ, ਉਹ ਇੱਕ ਟੀਮ ਦੇ ਵਾਂਗੂ ਕੰਮ ਕਰੇ। ਪੋਜ਼ਿਟਿਵ এনवायरमेंट ਕ੍ਰੀਏਟ ਕਰੋ। ਹਾਂ, ਕਿਤੇ ਨਾ ਕਿਤੇ ਪ੍ਰੋਬਲਮ ਹੈ ਤਾਂ ਹੀ ਮਾਰਕਸ ਨਹੀਂ ਆਏ, ਤੇ ਫਿਰ ਕੀ ਹੋ ਗਿਆ ਮਾਰਕਸ ਨਹੀਂ ਆਏ? ਯੂ ਕੈਨ ਟਰਾਈ। ਹਾਂਜੀ, ਯੂ ਨੋ। ਬਿਲਕੁਲ, ਬਹੁਤ ਸਹੀ ਗੱਲਾਂ ਸਾਨੂੰ ਡਾਕਟਰ ਸਾਹਿਬ ਨੇ ਦੱਸੀਆਂ ਕਿ ਜਿੱਦਾਂ ਪੇਰੈਂਟਸ ਨੂੰ, ਜਿਹੜੇ ਵੀ ਪੇਰੈਂਟਸ ਇਸ ਪ੍ਰੋਗਰਾਮ ਰਾਹੀਂ ਸਾਡੇ ਨਾਲ ਜੁੜੇ ਹੈ, ਕਿ ਇੱਕ ਫੀਅਰ ਐਟਮੋਸਫੀਅਰ ਜਿਹੜਾ ਬੱਚੇ ਦੇ ਆਲੇ ਦੁਆਲੇ ਤੁਸੀਂ ਕੱਢੋਗੇ, ਫਿਰ ਹੀ ਉਹ ਆਪਣੇ ਫੀਲਡ ਵਿੱਚ ਐਕਸਲ ਕਰ ਸਕੇਗਾ। ਡਾਕਟਰ ਸਾਹਿਬ, ਬਾਰ-ਬਾਰ ਤੁਸੀਂ ਟੀਚਰ ਦੀ ਗੱਲ ਕਰ ਰਹੇ ਹੋ, ਔਰ ਤੁਹਾਨੂੰ ਪਤਾ ਹੈ ਕਿ ਜਿਹੜਾ ਪਿਛਲਾ ਸਾਲ ਰਿਹਾ ਕੋਵਿਡ-19 ਲਈ, ਉਹ ਤਾਂ ਬਹੁਤ ਹੀ ਜ਼ਿਆਦਾ ਟਫ ਈਅਰ ਸੀ। ਤੇ ਬੀਇੰਗ ਅ ਟੀਚਰ ਆਲਸੋ, ਤੁਸੀਂ ਤੁਹਾਡੇ ਡੇਵੀਏਟ ਇੰਸਟੀਚਿਊਟ ਨੇ ਕਿੱਦਾਂ ਦਾ ਰੋਲ ਪਲੇ ਕੀਤਾ? ਕਿੱਦਾਂ ਤੁਸੀਂ ਟੈਕਨੋਲੋਜੀ ਨੂੰ ਯੂਜ਼ ਕਰਕੇ ਬੱਚਿਆਂ ਨੂੰ ਜਿਹੜਾ ਹੈ ਉਹ ਉਸ ਕੋਵਿਡ ਦੇ ਦੌਰਾਨ ਵੀ ਜਿਹੜਾ ਸਟੱਡੀ ਕਰਵਾਈ? ਥੋੜਾ ਜਿਹਾ ਸਾਨੂੰ ਕੋਵਿਡ ਦੀਆਂ ਜਿਹੜੀਆਂ ਕੰਡੀਸ਼ਨਸ ਬਾਰੇ ਵੀ ਚਾਨਣਾ ਪਾਓ। ਜੀ, ਇਟ ਵਾਸ ਅ ਨਿਊ ਚੈਲੰਜ ਸਾਡੇ ਵਾਸਤੇ ਐਜ਼ ਐਨ ਇੰਸਟੀਟਿਊਸ਼ਨ। ਇੱਕ ਬਹੁਤ ਵੱਡਾ ਚੈਲੰਜ ਸੀ ਕਿਉਂਕਿ ਆਲ ਆਫ ਅ ਸਡਨ ਲਾਕਡਾਊਨ ਹੋਇਆ। ਕਰੋਨਾ ਬਾਰੇ ਕਿਸੇ ਨੂੰ ਪਤਾ ਨਹੀਂ ਸੀ। ਚਾਈਨਾ ਦੀਆਂ ਨਿਊਜ਼ ਆਉਂਦੀਆਂ ਸੀ ਵੀ ਆਹ ਹੋ ਰਿਹਾ, ਆਹ ਹੋ ਰਿਹਾ। ਸੋ ਸਰਕਾਰ ਨੇ ਜਿੱਦਾਂ ਆਦੇਸ਼ ਸੀਗੇ, ਕਾਲਜਿਸ ਜਿਹੜੇ ਸੀ ਉਹ ਬੰਦ ਕਰਨੇ ਪਏ ਆਪਾਂ ਨੂੰ, ਅੰਡਰ ਦਾ ਵਿਜ਼ਨਰੀ ਲੀਡਰਸ਼ਿਪ ਆਫ ਮਾਈ ਵਰਦੀ ਪ੍ਰਿੰਸੀਪਲ ਡਾਕਟਰ ਮਨੋਜ ਕੁਮਾਰ। ਹਾਂਜੀ। ਅਸੀਂ ਸਾਰੇ ਟੀਚਰਸ ਨੇ ਬਿਲਕੁਲ ਲਰਨ ਕਰਨਾ ਸ਼ੁਰੂ ਕੀਤਾ ਕਿ ਆਨਲਾਈਨ ਮੋਡ ਕੀ ਹੋ ਸਕਦਾ, ਬੱਚਿਆਂ ਤੱਕ ਜਿੰਨਾ ਸਿਲੇਬਸ ਉਹਨਾਂ ਦਾ ਰਹਿ ਗਿਆ ਉਹ ਕਿਸ ਤਰ੍ਹਾਂ ਆਪਾਂ ਪਹੁੰਚਾਉਣਾ ਹੈ। ਅਸੀਂ ਸਭ ਤੋਂ ਪਹਿਲਾਂ ਗੂਗਲ ਪਲੇਟਫਾਰਮ ਯੂਜ਼ ਕੀਤਾ। ਅਸੀਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ। ਵੀਡੀਓਜ਼ ਜਿਹੜੀਆਂ ਨੇ ਉਹ ਬੱਚਿਆਂ ਤੱਕ ਪਹੁੰਚਾਉਣੀਆਂ ਸ਼ੁਰੂ ਕੀਤੀਆਂ। ਸਾਡੇ ਕੋਲੇ ਕੁਛ ਇੱਕ ਏਰੀਆ ਸੀਗੇ J&K ਦੇ, ਜੰਮੂ ਦੇ, ਰਾਜਸਥਾਨ ਦੇ, ਜਿੱਥੇ 2G ਸਪੈਕਟਰਮ ਸੀਗਾ, ਉੱਥੇ 4G ਹੈ ਹੀ ਨਹੀਂ। ਉੱਥੇ ਡਾਟਾ ਜਿਹੜਾ ਟ੍ਰਾਂਸਫਰ ਕਰਨਾ ਬੜਾ ਮੁਸ਼ਕਲ ਸੀਗਾ। ਬਟ ਅਗੇਨ ਅਸੀਂ ਉਹਨਾਂ ਬੱਚਿਆਂ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਔਰ ਅਸੀਂ ਉਹਨਾਂ ਤੱਕ ਵੀਡੀਓਜ਼ ਪਹੁੰਚਾਈਆਂ। ਔਰ ਅੱਜ ਦੀ ਤਰੀਕ ਦੇ ਵਿੱਚ ਅਸੀਂ ਜਿਹੜਾ ਹੈ ਮਾਈਕਰੋਸਾਫਟ, ਆਵਰ ਇੰਸਟੀਚਿਊਟ ਇਜ਼ ਮਾਈਕਰੋਸਾਫਟ ਸਰਟੀਫਾਈਡ ਕੈਂਪਸ, ਔਰ ਅਸੀਂ ਮਾਈਕਰੋਸਾਫਟ ਟੀਮਸ ਦੇ ਉੱਪਰ ਹਾਈਬ੍ਰਿਡ ਮੋਡ ਦੇ ਉੱਪਰ ਕਲਾਸਿਸ ਲੈ ਰਹੇ ਹਾਂ। ਜਿਹੜੇ ਬੱਚੇ ਆਫਲਾਈਨ ਹੋਣਾ ਚਾਹੁੰਦੇ ਨੇ ਉਹ ਕਾਲਜਿਸ ਦੇ ਵਿੱਚ ਆ ਕੇ ਕਲਾਸਰੂਮ ਦੇ ਵਿੱਚ ਵੀ ਪੜ੍ਹ ਰਹੇ ਨੇ, ਔਰ ਬਾਕੀ ਜਿਹੜੇ ਨੇ ਘਰ ਬੈਠੇ ਵੀ ਪੜ੍ਹੀ ਜਾਂਦੇ ਜਿਨ੍ਹਾਂ ਨੂੰ ਕੋਈ ਦਿੱਕਤ ਆਉਂਦੀ ਹੈ। ਸੋ ਹਾਈਬ੍ਰਿਡ ਮੋਡ ਦੇ ਵਿੱਚ ਅਸੀਂ ਕੰਮ ਚੱਲ ਰਹੇ ਹਾਂ ਔਰ ਬਹੁਤ ਅੱਛੀ ਤਰ੍ਹਾਂ ਸਾਡਾ ਕੰਮ ਚੱਲ ਰਿਹਾ। the students are satisfied. We are conducting the tutorials, we are conducting the lab work also on the hybrid mode. So it's all successful way we are teaching the students. ਥੋੜਾ ਜਿਹਾ ਡੇਵੀਏਟ ਇੰਸਟੀਚਿਊਟ ਵੱਲ ਚਾਨਣਾ ਪਾਈਏ। ਬਹੁਤ ਹੀ ਰਿਨਾਊਂਡ ਇੰਸਟੀਚਿਊਟ ਹੈ ਰਜਨ ਦਾ, ਔਰ
ਕਾਫੀ ਬੱਚਿਆਂ ਦੀ ਪਹਿਲੀ ਪਸੰਦ ਵੀ ਹੈ ਜੀ ਸਰ ਤੁਸੀਂ ਸਾਨੂੰ ਦੱਸੋਗੇ ਆਪਣੀ ਜਿਹੜੀ ਪਲੇਸਮੈਂਟ ਕੈਂਪਸ ਪਲੇਸਮੈਂਟ ਹੁੰਦੀ ਹੈ ਆਫਲਾਈਨ ਪਲੇਸਮੈਂਟ ਆਨਲਾਈਨ ਪਲੇਸਮੈਂਟ ਕੀ ਸਕਸੈਸ ਰੇਟ ਹੈ ਇਸ ਪਲੇਸਮੈਂਟ ਦਾ ਥੋੜਾ ਜਿਹਾ ਇਸ ਬਾਰੇ ਸਾਨੂੰ ਡੇਵੀਏਟ ਬਾਰੇ ਦੱਸੋ ਐਗਜ਼ੈਕਟਲੀ ਪਲੇਸਮੈਂਟ ਨੂੰ ਨਾ ਅਸੀਂ 3 ਭਾਗਾਂ ਖੰਡਾਂ 'ਚ ਵੰਡਣਾ ਹੈ ਸਾਡੇ ਵਾਸਤੇ ਉਹ ਵੀ ਬੱਚਾ ਪਲੇਸਡ ਹੈ ਜਿਹੜਾ ਹਾਇਰ ਸਟੱਡੀ ਵਾਸਤੇ ਚਲਾ ਗਿਆ ਹਾਂਜੀ ਸਾਡੇ ਵਾਸਤੇ ਉਹ ਵੀ ਬੱਚਾ ਪਲੇਸਡ ਹੈ ਜਿਹਨੇ ਕੋਈ ਆਪਣਾ ਕਿੱਤਾ ਖੋਲ੍ਹ ਲਿਆ ਜਿਹਨੂੰ ਅਸੀਂ ਐਂਟਰਪ੍ਰੀਨਿਓਰਸ਼ਿਪ ਕਹਿੰਦੇ ਆ ਬਿਲਕੁਲ ਔਰ ਅੱਜ ਦੀ ਲੋੜ ਵੀ ਹੈ ਐਂਟਰਪ੍ਰੀਨਿਓਰਸ਼ਿਪ ਦੀ ਪੜ੍ਹਾਈ ਦੇ ਨਾਲ ਹਾਂਜੀ ਕਿਉਂਕਿ ਹਰੇਕ ਬੰਦੇ ਨੂੰ ਸਰਕਾਰੀ ਨੌਕਰੀ ਮਿਲਣੀ ਔਖੀ ਹੈ ਹਰੇਕ ਬੰਦਾ ਸਿਵਲ ਸਰਵੈਂਟ ਬਣੇ ਹਰੇਕ ਬੰਦਾ ਇੰਜੀਨੀਅਰਿੰਗ ਸਰਵਿਸਿਜ਼ ਦੇ ਵਿੱਚ ਜਾਵੇ ਇਹ ਵੀ ਕੋਈ ਜ਼ਰੂਰੀ ਨਹੀਂ ਸਾਡੇ ਕਾਲਜ ਦੇ ਅੰਦਰ ਇਨਕਿਊਬੇਸ਼ਨ ਸੈਂਟਰ ਖੁੱਲਿਆ ਹੋਇਆ ਅੱਜ ਦੀ ਤਰੀਕ ਦੇ ਵਿੱਚ ਤਾਂ ਹਰੇਕ ਬੱਚੇ ਦੇ ਕੋਲੇ ਬਹੁਤ ਇਨੋਵੇਟਿਵ ਥਾਟਸ ਨੇ ਜੇ ਅਸੀਂ ਇਹ ਪ੍ਰੇਰਿਤ ਕਰਦੇ ਹਾਂ ਬੱਚਿਆਂ ਨੂੰ ਤੁਹਾਡੇ ਕੋਲ ਇਨੋਵੇਟਿਵ ਥਾਟ ਹੈ ਆਓ ਬਿਲਕੁਲ ਪੇਟੈਂਟ ਯੂਰ ਆਈਡੀਆ ਔਰ ਸਾਡੀ ਇਨਕਿਊਬੇਸ਼ਨ ਸੈਂਟਰ ਦੇ ਵਿੱਚ ਜੇ ਕੋਈ ਬੱਚਾ ਨਵਾਂ ਆਈਡੀਆ ਲੈ ਕੇ ਆਉਂਦਾ ਪ੍ਰੋਡਕਟ ਡਿਵੈਲਪਮੈਂਟ ਦੀ ਗੱਲ ਹੁੰਦੀ ਹੈ ਵੀ ਆਰ ਦੀ ਸਰਟੀਫਾਈਡ ਸੈਂਟਰ ਆਫ MSME ਉੱਥੋਂ ਵੀ ਅਸੀਂ 15 20 ਲੱਖ ਦੀਆਂ ਗ੍ਰਾਂਟ ਸਰਕਾਰ ਦੇ ਕੋਲੋਂ ਲੈ ਕੇ ਉਸ ਬੱਚੇ ਦੇ ਜੋ ਸੋਚ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਹੈ ਅਸੀਂ ਉਹਦਾ ਸਾਥ ਦਿੰਦੇ ਹਾਂ ਜੇ ਕੋਈ ਬੱਚਾ ਸਾਡੇ ਵੱਲੋਂ ਐਂਟਰਪ੍ਰੀਨਿਓਰਸ਼ਿਪ ਵਾਸਤੇ ਵੀ ਚਲਾ ਗਿਆ ਤੇ ਸਾਡੇ ਵੱਲੋਂ ਉਹ ਵੀ ਪਲੇਸਡ ਹੈ ਜੇ ਕੋਈ ਹਾਇਰ ਸਟੱਡੀ ਵਾਸਤੇ ਚਲਾ ਗਿਆ ਤੇ ਉਹ ਵੀ ਸਾਡੇ ਵੱਲੋਂ ਪਲੇਸਡ ਹੈ ਔਰ ਸਾਡੀਆਂ ਜਿਹੜੀਆਂ ਕੈਂਪਸ ਰਿਕਰੂਟਮੈਂਟਸ ਵੀ ਹੁੰਦੀਆਂ ਨੇ ਉਹਨਾਂ ਨੂੰ ਵੀ ਅਸੀਂ ਜੇ ਲਾ ਲਈਏ ਤਾਂ ਬਹੁਤ ਅੱਛੀਆਂ ਸਾਡੇ ਕੋਲੇ ਗੂਗਲ ਹੈ ਸਾਡੇ ਕੋਲੇ ਵਿਪਰੋ ਟੈਕਨੋਲੋਜੀਜ਼ ਹੈ ਸਾਡੇ ਕੋਲੇ ਸ਼ਾਹਪੁਰ ਜੀ ਪੋਲਨ ਜੀ ਵਰਗੀਆਂ ਰਿਪਿਊਟਡ ਇੰਸਟੀਚਿਊਟ ਹੁਣੇ ਵਾਈਟ ਹੈਟ ਯੂਨੀਅਰ ਨੇ ਕੈਂਪਸ ਰਿਕਰੂਟਮੈਂਟ ਕੀਤੀ ਹੈ ਰਾਈਟ ਬਾਇਜੂਸ ਇਹ ਕੰਪਨੀ ਹੈ ਸੋ ਸਾਡਾ ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ ਅੰਡਰ ਦੀ ਡਾਇਨਾਮਿਕ ਲੀਡਰਸ਼ਿਪ ਆਫ ਐਂਡ ਵਿਜ਼ਨਰੀ ਲੀਡਰਸ਼ਿਪ ਆਫ ਡਾਕਟਰ ਮਨੋਜ ਕੁਮਾਰ ਵਰਦੀ ਪ੍ਰਿੰਸੀਪਲ ਉਹ ਬਹੁਤ ਅੱਛਾ ਸਾਡੇ ਕੰਮ ਕਰ ਰਿਹਾ ਦੇਰ ਇਜ਼ ਨੋ ਡਰਥ ਆਫ ਇਟ ਔਰ ਸਾਡਾ ਮੋਟਿਵ ਵੀ ਹੈ ਔਰ ਸਾਡਾ ਅੱਜ ਤੱਕ ਦਾ ਜੋ ਸਾਡਾ ਟਰੈਕ ਰਿਕਾਰਡ ਹੈ ਜਿੰਨੇ ਵੀ ਸਾਡੇ ਐਲੀਜੀਬਲ ਸਟੂਡੈਂਟਸ ਨੇ ਦੇ ਆਲ ਆਰ ਪਲੇਸਡ ਭਾਵੇਂ ਉਹ ਆਫ ਕੈਂਪਸ ਨੇ ਜਾਂ ਔਨ ਕੈਂਪਸ ਨੇ ਔਰ ਜਿੱਦਾਂ ਮੈਂ ਤੁਹਾਨੂੰ ਦੱਸ ਚੁੱਕਾ ਸਿਵਲ ਇੰਜੀਨੀਅਰਿੰਗ ਦਾ ਜਿਹੜਾ ਸਾਡਾ ਰਿਕਾਰਡ ਹੈ 29 ਇੰਜੀਨੀਅਰਸ ਵਰਕਿੰਗ ਐਜ਼ ਸਬ ਡਿਵੀਜ਼ਨਲ ਆਫਿਸਰਸ ਔਰ ਐਗਜ਼ੀਕਿਊਟਿਵ ਇੰਜੀਨੀਅਰਸ ਇਨ ਦੀ ਸਟੇਟ ਆਫ ਪੰਜਾਬ ਵੈਰੀ ਨਾਈਸ ਬਹੁਤ ਹੀ ਵਧੀਆ ਗੱਲਾਂ ਸਾਨੂੰ ਡਾਕਟਰ ਸਾਹਿਬ ਵੱਲੋਂ ਦੱਸੀਆਂ ਜਾ ਰਹੀਆਂ ਜਿਹੜੇ ਵੀ ਨੌਜਵਾਨ ਅੱਜ ਦਾ ਪ੍ਰੋਗਰਾਮ ਦੇਖ ਰਹੇ ਹੈ ਇਹ ਪ੍ਰੋਗਰਾਮ ਉਹਨਾਂ ਲਈ ਇੱਕ ਸੇਧ ਸਾਬਿਤ ਹੋਣ ਵਾਲਾ ਹੈ ਕਿਉਂਕਿ ਉਹ ਪੰਜਾਬ ਤੋਂ ਬਾਹਰ ਜਾ ਕੇ ਨਹੀਂ ਇਵਨ ਪੰਜਾਬ ਦੇ ਅੰਦਰ ਹੀ ਬਹੁਤ ਹੀ ਅੱਛੇ ਇੰਸਟੀਚਿਊਟ ਵਿੱਚ ਜਿਹੜੇ ਤੁਹਾਨੂੰ 100% ਪਲੇਸਮੈਂਟ ਦੀ ਜਿਹੜੀ ਸ਼ੋਰਟੀ ਦਿੰਦਾ ਹੈ ਉਹਦੇ ਵਿੱਚ ਦਾਖਲਾ ਲੈ ਸਕਦੇ ਆ ਡਾਕਟਰ ਸਾਹਿਬ ਅੱਗੇ ਗੱਲ ਕਰਦੇ ਆ ਕੈਨੇਡਾ ਅਮਰੀਕਾ ਦੀ ਜੀ ਇੱਕ ਟ੍ਰੈਂਡ ਜਿਹਾ ਸੈੱਟ ਹੋ ਗਿਆ ਹੈ 12th ਕਰੋ ਆਇਲਸ ਦੋ ਔਰ ਚਲੇ ਜਾਓ ਕੈਨੇਡਾ ਜਾਂ ਫਿਰ ਅਮਰੀਕਾ ਜਾਂ ਫਿਰ ਜਿੱਥੇ ਵੀ ਬੱਚੇ ਨੂੰ ਉਹਦੀ ਪਲੇਸਮੈਂਟ ਹੁੰਦੀ ਹੈ ਔਰ ਉੱਥੇ ਜਾ ਕੇ ਫਿਰ ਆਪਾਂ ਕਹਿੰਦੇ ਆ ਡਾਲਰ ਹਨਾ ਕਿਉਂ ਇਹ ਡਾਲਰਾਂ ਦੀ ਦੌੜ ਲੱਗੀ ਹੋਈ ਹੈ ਕਿਉਂ ਮਾਂ-ਬਾਪ ਦਾ ਪਿਆਰ ਭੈਣ ਭਰਾ ਨਾਲ ਅਟੈਚਮੈਂਟ ਇਵਨ ਸਾਡੀ ਧਰਤੀ ਨਾਲ ਅਟੈਚਮੈਂਟ ਬੱਚਿਆਂ ਦੀ ਖਤਮ ਹੋ ਚੁੱਕੀ ਹੈ ਜਿੱਦਾਂ ਤੁਸੀਂ ਦੱਸਿਆ ਕਿ ਮੈਂ ਬਹੁਤ ਮੇਰੇ ਮਾਤਾ ਪਿਤਾ ਲੈਕਚਰਰ ਸੀਗੇ ਉਹਨਾਂ ਨੇ ਮੈਨੂੰ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਇਆ ਉਹਨਾਂ ਨੇ ਕਿਉਂਕਿ ਇਨਵਾਇਰਨਮੈਂਟ ਦਿੱਤਾ ਕਿਉਂ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ ਭਟਕ ਰਹੀ ਹੈ ਕਿਉਂ ਡਾਲਰਾਂ ਦੀ ਦੌੜ ਲੱਗ ਗਈ ਹੈ ਸਰ ਥੋੜਾ ਜਿਹਾ ਇਹਦੇ ਬਾਰੇ ਮਤਲਬ ਦੱਸੋ ਇਹ ਟ੍ਰੈਂਡ ਸੈੱਟ ਕਿਉਂ ਕਰ ਦਿੱਤਾ ਹੈ ਸਾਡੀ ਨੌਜਵਾਨ ਪੀੜ੍ਹੀ ਨੇ ਅਨੁਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਇਗਨੋਰੈਂਸ ਹੈ ਇਗਨੋਰੈਂਸ ਬਹੁਤ ਜ਼ਿਆਦਾ ਆ ਔਰ ਕੈਨੇਡਾ ਦੇ ਵਿੱਚ ਜਿਹੜੇ +2 ਬੱਚੇ ਕਰਕੇ ਚਲੇ ਜਾਂਦੇ ਨੇ ਉਹ ਉੱਥੇ ਜਾ ਕੇ ਕੀ ਕਰਦੇ ਨੇ ਇਹ ਸ਼ਾਇਦ ਜੇ +2 ਕਰਕੇ ਜਾਣ ਵਾਲੇ ਬੱਚੇ ਨੂੰ ਇੱਥੋਂ ਪਤਾ ਹੋਵੇ ਤਾਂ ਸ਼ਾਇਦ ਉਹ ਕਦੀ ਨਹੀਂ ਜਾਣਗੇ ਬਿਲਕੁਲ ਰਾਈਟ ਦੂਸਰਾ ਜਿਹੜੀ ਤਾਲੀਮ ਜਿਸ ਪੈਕੇਜ ਦੇ ਉੱਪਰ ਅਸੀਂ ਇੱਥੇ ਕਰਵਾਉਂਦੇ ਹਾਂ ਕੀ ਉਹ ਕੰਪੇਅਰ ਹੁੰਦਾ ਵੀ ਕੈਨੇਡਾ ਜਾਂ ਆਸਟ੍ਰੇਲੀਆ ਸਾਨੂੰ ਕਿੰਨੇ ਦੇ ਵਿੱਚ ਕਰਵਾ ਰਿਹਾ ਬਿਲਕੁਲ ਔਰ ਇੱਕ ਕੋਈ ਮੈਨੂੰ ਦੱਸੇ ਵੀ ਕਿੰਨੀ ਪਰਸੈਂਟੇਜ ਹੈ ਕਿ ਜਿਹੜਾ ਬੱਚਾ ਇੱਥੋਂ ਬੀਟੈਕ ਕਰਨ ਗਿਆ ਸੀ ਕੀ ਉਹ ਬੀਟੈਕ ਉੱਥੇ ਉਹਨੇ ਪੂਰੀ ਕੀਤੀ ਜਾਂ ਉਹਨੇ ਆਪਣੇ ਜਿਹੜੇ ਕੋਰਸਿਸ ਦਾ ਬਦਲਾਵ ਕੀਤਾ ਡਿਗਰੀ ਤੋਂ ਡਿਪਲੋਮੇ 'ਚ ਆਇਆ ਡਿਪਲੋਮੇ ਤੋਂ ਬਾਅਦ ਪਤਾ ਨਹੀਂ ਉਹਨੇ ਕੀ ਕੀਤਾ ਸਿਰਫ ਵਰਕ ਪਰਮਿਟ ਲਿਆ ਵਰਕ ਪਰਮਿਟ ਲੈਣ ਤੋਂ ਬਾਅਦ ਕੀ ਉਹ ਉੱਥੇ ਡਰਾਈਵਿੰਗ ਕਰ ਰਿਹਾ ਕੀ ਉਹ ਉੱਥੇ ਪਿਜ਼ਾ ਸ਼ਾਪ ਦੇ ਉੱਪਰ ਲੱਗਾ ਜਾਂ ਵਾਟਸਐਵਰ ਦੇ ਆਰ ਡੂਇੰਗ ਲੇਕਿਨ ਫੈਕਟ ਇਜ਼ ਅ ਫੈਕਟ ਜਦੋਂ ਅਸੀਂ ਡਾਲਰਾਂ ਨੂੰ ਰੁਪਈਆਂ ਦੇ ਵਿੱਚ ਕਨਵਰਟ ਕਰਦੇ ਹਾਂ ਤੇ ਫਿਰ ਕਿਤੇ ਨਾ ਕਿਤੇ ਇਹ ਜ਼ਰੂਰ ਆਉਂਦਾ ਕਿ ਜੇ ਲਾਈਫ ਦੇ ਵਿੱਚ ਸਿਰਫ ਪੈਸਾ ਹੀ ਕਮਾਉਣਾ ਮੋਟਿਵ ਰਹਿ ਗਿਆ ਤੇ ਪੈਸੇ ਸਾਨੂੰ ਜ਼ਰੂਰ ਜ਼ਿਆਦਾ ਆ ਰਹੇ ਨੇ ਲੇਕਿਨ ਐਜੂਕੇਸ਼ਨ ਇਜ਼ ਨਾਟ ਅਬਾਊਟ ਅਰਨਿੰਗ ਮਨੀ ਓਨਲੀ ਇਟ ਇਜ਼ ਸਮਥਿੰਗ ਦੈਟ ਇਜ਼ ਰਿਲੇਟਿਡ ਟੂ ਯੋਰ ਵੈਲਬੀਂਗ ਔਰ ਉਹ ਵੈਲਬੀਂਗ ਜਿਹੜੀ ਕੈਨੇਡਾ ਦੇ ਵਿੱਚ ਹੈ ਵੈਲਬੀਂਗ ਆਫ ਯੋਰ family well-being of your individual and your kith and kin
ਉਹਦੇ ਵਿੱਚ ਹੁਣ ਤੁਸੀਂ ਦੇਖੋ ਕਿ ਜਿਹੜਾ ਬੱਚਾ ਮਾਂ ਪਿਓ ਨੂੰ ਛੱਡ ਕੇ ਆ ਰਿਹਾ, ਅਨੁਪ੍ਰੀਤ ਜੀ, ਲਾਈਫ ਤੋਂ ਤੁਹਾਨੂੰ ਉਹੀ ਮਿਲਦਾ ਜੋ ਤੁਸੀਂ ਲਾਈਫ ਨੂੰ ਦਿੰਦੇ ਹੋ। ਜੇ ਤੁਸੀਂ ਅੱਜ ਮਾਂ ਪਿਓ ਨੂੰ ਛੱਡ ਕੇ ਬਾਹਰ ਗਏ ਹੋ, ਕਾਰਨ ਕੋਈ ਵੀ ਹੋਵੇ, ਤੇ ਤੁਸੀਂ ਕੀ ਐਕਸਪੈਕਟ ਕਰਦੇ ਹੋ? ਜ਼ਿੰਦਗੀ ਤੁਹਾਨੂੰ ਕੀ ਦੇਣ ਵਾਲੀ ਹੈ ਵਾਪਸ? ਤੁਸੀਂ ਜਾਓ, ਦਿਸ ਵਰਲਡ ਇਜ਼ ਅ ਗਲੋਬਲ ਪਲੇਟਫਾਰਮ, ਕਿਤੇ ਵੀ, ਲੇਕਿਨ ਮਾਂ ਪਿਓ ਨੂੰ ਛੱਡ ਕੇ ਜਾਣਾ, ਔਰ ਇਸ ਧਰਤੀ ਨੂੰ ਛੱਡ ਕੇ ਜਾਣਾ, ਇਸ ਪੰਜਾਬ ਨੂੰ ਛੱਡ ਕੇ ਜਾਣਾ। ਪੜ੍ਹ ਲਿਖ ਕੇ ਆਓ, ਸਰਵ ਦ ਲੈਂਡ ਆਫ ਪੰਜਾਬ, ਸਰਵ ਇੰਡੀਆ, ਬਿਲਕੁਲ ਰਾਈਟ। ਔਰ ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਜਿਹੜਾ ਸਟਾਰਟਅਪ ਇੰਡੀਆ, ਸਟੈਂਡ ਅਪ ਇੰਡੀਆ, ਉਹਦੇ ਵਿੱਚ ਅਸੀਂ ਨਵੇਂ ਬੱਚਿਆਂ ਨੂੰ ਕਿਹਾ ਕਿ ਤੁਸੀਂ ਨਵੀਂ ਸੋਚ ਲੈ ਕੇ ਆਓ, ਨਵੇਂ ਪ੍ਰੋਡਕਟਸ ਲੈ ਕੇ ਆਓ। ਕਿੰਨੀਆਂ ਤੁਸੀਂ ਅੱਜ ਕੱਲ੍ਹ ਆਨਲਾਈਨ ਦੇਖੋ, ਐਮਾਜ਼ੋਨ, ਫਲਿੱਪਕਾਰਟ, ਇਹ ਉਹ, ਤੁਸੀਂ ਸੋਚ ਤੇ ਲੈ ਕੇ ਆਓ। ਗਵਰਨਮੈਂਟ ਇਜ਼ ਦੇयर, ਸੈਂਟਰਲ ਗਵਰਨਮੈਂਟ ਇਜ਼ ਦੇयर, ਪੰਜਾਬ ਗਵਰਨਮੈਂਟ ਇਜ਼ ਦੇयर ਟੂ ਸਪੋਰਟ ਯੂਰ ਕਾਜ਼। ਪੈਸਾ ਵਿੱਚ ਨਹੀਂ ਆਏਗਾ, ਲੇਕਿਨ ਯੂ ਕਮ ਅਪ ਵਿਦ ਦੀ ਥਾਟ। ਲੇਕਿਨ ਸਿਰਫ ਕਿਉਂਕਿ ਅਸੀਂ 10th ਔਰ ਲੈਵਲ ਤੇ, +2 ਦੇ ਲੈਵਲ ਤੇ ਔਰ ਡਿਗਰੀ ਕਾਲਜਸ 'ਚ ਆਉਣ ਤੋਂ ਬਾਅਦ ਅਸੀਂ ਧਿਆਨ ਨਾਲ ਤੇ ਪੜ੍ਹੇ ਨਹੀਂ ਜੋ ਚਾਹੀਦਾ ਸੀ। ਜਿੱਦਾਂ ਮੈਂ ਤੁਹਾਨੂੰ ਕਿਹਾ, ਰਾਈਟ ਫਰਮ ਫਸਟ ਈਅਰ ਕਲਾਸ, ਫਸਟ ਸਮੈਸਟਰ, ਅਸੀਂ ਗੇਟ ਦੇ ਉੱਪਰ, ਇੰਜੀਨੀਅਰਿੰਗ ਸਰਵਿਸਿਜ਼ ਦੇ ਉੱਪਰ ਧਿਆਨ ਰੱਖ ਕੇ ਪੜ੍ਹਨਾ ਵੀ ਨੈਸ਼ਨਲ ਲੈਵਲ ਦੇ ਉੱਪਰ ਕੀ ਆ ਰਿਹਾ, ਉਸ ਤਰੀਕੇ ਦੀ ਪੜ੍ਹਾਈ ਕਰਨੀ। ਜੇ ਤੁਸੀਂ ਪੜ੍ਹਾਈ ਨਹੀਂ ਕੀਤੀ ਤੇ ਆਫਟਰ 4 ਇਅਰਸ ਵੇਅਰ ਡੂ ਵੀ ਸਟੈਂਡ? ਤੇ ਫਿਰ ਅਸੀਂ ਜਦੋਂ ਪੜ੍ਹਾਈ ਠੀਕ ਨਹੀਂ ਕੀਤੀ ਹੁੰਦੀ, ਫਿਰ ਅਸੀਂ ਸੋਚਣ ਲੱਗ ਪੈਂਦੇ ਹਾਂ ਕੈਨੇਡਾ ਬਾਰੇ, ਆਸਟ੍ਰੇਲੀਆ ਬਾਰੇ। ਸੋ ਇਟ ਵਿਲ ਹੈਪਨ। ਫਿਰ ਤਾਂ ਤੁਹਾਨੂੰ ਕੈਨੇਡਾ ਜਾ ਕੇ ਵੀ ਸ਼ਾਂਤੀ ਨਹੀਂ ਆਉਣੀ। ਬਹੁਤ ਵਧੀਆ, ਰਾਈਟ। ਸੋ ਇਸ ਕਰਕੇ ਸੰਦੇਸ਼ ਇਹੀ ਹੈ ਕਿ ਤੁਸੀਂ ਇੱਥੇ ਰਹਿ ਕੇ ਬਹੁਤ ਅੱਛੇ ਤਰੀਕੇ ਦੇ ਨਾਲ ਪੜ੍ਹੋ ਔਰ ਆਪਣੇ ਦੇਸ਼ ਨੂੰ, ਆਪਣੇ ਸੂਬੇ ਨੂੰ ਖੁਸ਼ਹਾਲ ਕਰਨ ਦੇ ਵਿੱਚ ਮਦਦ ਕਰੋ। ਠੀਕ ਹੈ, ਬਹੁਤ ਹੀ ਵਧੀਆ ਗੱਲਾਂ ਦੱਸੀਆਂ ਸਾਨੂੰ ਡਾਕਟਰ ਸਾਹਿਬ ਜੀ ਨੇ, ਤੇ ਜਿੰਨੇ ਵੀ ਸਰੋਤੇ ਇਸ ਪ੍ਰੋਗਰਾਮ ਰਾਹੀਂ ਸਾਡੇ ਨਾਲ ਜੁੜੇ ਹਨ, ਉਹਨਾਂ ਨੂੰ ਅੱਜ ਬਹੁਤ ਹੀ ਗੱਲਾਂ ਪਤਾ ਲੱਗਣਗੀਆਂ। ਇਸ ਪ੍ਰੋਗਰਾਮ 'ਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਥੈਂਕ ਯੂ ਵੈਰੀ ਮਚ ਅਨੁਪ੍ਰੀਤ ਜੀ, ਥੈਂਕ ਯੂ।